ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬਿਦ ਏਕ ਅਨੀਤ ਕਰੀ ਜਗ ਮੈਂ, ਸੁਭ ਸੰਤਨ ਕੈ ਤਨ ਪੇਟ ਲਗਾਏ। ਮੁਖ ਚਾਰ ਨਾ ਫੇਰ ਵਿਚਾਰ ਕੀਓ, ਫਿਰ ਤ੍ਰਿਣ ਪੱਲਵ ਨਾਹੀਂ ਆਹਾਰ ਬਣਾਏ। ਬਿਦ ਏਕ ਅਨੀਤ ਕਰੀ ਜਗ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਦ ਏਕ ਅਨੀਤ ਕਰੀ ਜਗ ਮੈਂ। ਕਵੀ ਸਾਹਿਬ ਜੀ ਕਹਿੰਦੇ ਹੈ ਕਿ ਬਿਦ ਬ੍ਰਹਮਾ ਨੇ ਇਸ ਜੱਗ ਮੈਂ, ਇਸ ਸੰਸਾਰ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਨੀਤੀ ਤੋਂ ਰਹਿਤ ਭਾਵ ਅਯੋਗ ਗੱਲ ਕੀਤੀ ਹੈ। ਉਹ ਕਿਹੜੀ ਗੱਲ ਅਯੋਗ ਕੀਤੀ? ਸੁਭ ਸੰਤਨ ਕੈ ਤਨ ਪੇਟ ਲਗਾਏ, ਕਿ ਜੋ ਉਸਨੇ ਸ਼ੁਭ ਚੰਗੇ ਉੱਤਮ ਕਮਾਈ ਵਾਲੇ ਸ੍ਰੇਸ਼ਟ ਜੀਵਨ ਵਾਲੇ ਸੰਤ ਮਹਾਤਮਾ, ਉਹ ਮਹਾਤਮਾ ਜਨਾਂ ਦੇ ਤਨ ਸਰੀਰ ਨੂੰ ਜਿਹੜਾ ਢਿੱਡ ਲਗਾ ਦਿੱਤੇ। ਇਹ ਬੜੀ ਅਨੀਤੀ ਵਾਲੀ ਗੱਲ ਕੀਤੀ, ਜਿਹੜੇ ਕਮਾਈ ਵਾਲੇ ਸੰਤਾਂ ਦੇ ਪੇਟ ਸਰੀਰ ਨੂੰ ਪੇਟ ਲਾ ਦਿੱਤੇ। ਮੁਖ ਚਾਰ ਨਾ ਫੇਰ ਵਿਚਾਰ ਕੀਓ। ਉਸ ਬ੍ਰਹਮਾ ਦੇ ਵੇਖ ਲਓ 4 ਮੁਖ ਹਨ, ਫਿਰ ਵੀ ਉਸਨੇ ਕੋਈ ਵਿਚਾਰ ਨਹੀਂ ਕੀਤੀ ਕਿ ਜੇ ਤੂੰ ਮਹਾਤਮਾ ਸੰਤਾਂ ਦੇ ਸਰੀਰ ਨੂੰ ਢਿੱਡ ਲਗਾ ਹੀ ਦਿੱਤੇ ਹੈ, ਤਾਂ ਫਿਰ ਤੈਨੂੰ ਉਹਨਾਂ ਲਈ ਕੀ ਕਰਨਾ ਚਾਹੀਦਾ ਸੀ? ਤ੍ਰਿਣ ਪੱਲਵ ਨਾਹੀਂ ਆਹਾਰ ਬਣਾਏ, ਕਿ ਜੰਗਲ ਦੇ ਵਿੱਚ ਤ੍ਰਿਣ ਜਿਹੜੇ ਘਾਹ ਹੈ, ਕੂਲਾ ਘਾਹ, ਪੱਲਵ ਜਿਹੜੇ ਰੁੱਖਾਂ ਦੇ ਪੱਤੇ ਆਦਿਕ ਹਨ, ਉਹਦਾ ਆਹਾਰ ਬਣਾਏ। ਉਹਦਾ ਆਹਾਰ ਭੋਜਨ ਕਿਉਂ ਨਹੀਂ ਬਣਾਉਣਾ ਕੀਤਾ? ਮੁੱਖ 4 ਸੀ, ਫਿਰ ਵੀ ਵਿਚਾਰ ਨਹੀਂ ਕੀਤਾ ਵੀ ਜੇ ਤੂੰ ਢਿੱਡ ਹੀ ਲਾ ਦਿੱਤਾ ਤੇ ਘਾਹ ਦੇ ਪੱਲਵ ਪੱਤੇ ਤੂੰ ਆਹਾਰ ਸੰਤਾਂ ਦਾ ਬਣਾ ਦਿੰਦਾ, ਉਹ ਵੀ ਨਹੀਂ ਬਣਾਉਣਾ ਕੀਤਾ। ਵਿਰਾਗ ਸ਼ਤਕ 'ਚ ਵੀ ਆਉਂਦਾ ਨਾ, ਪੇਟ ਕੀ ਪਟਾਰੀ ਲਾਈ ਕਰੂਰ ਮੁਖ ਚਾਰੀ, ਪੂਰ ਪੂਰ ਸਭ ਹਾਰੀ ਠਾਗੀ ਵਿਸ ਸਾਰੀ ਹੈ। ਵੀ ਪੇਟ ਦੀ ਜਿਹੜੀ ਪਟਾਰੀ ਸੀ, ਇਹ ਢਿੱਡ, ਇਹ ਕਰੂਰ, ਇਹ ਬੜੀ ਭੈੜੀ ਲਾਈ ਹੈ ਮੁਖ ਚਾਰ ਵਾਲੇ ਬ੍ਰਹਮਾ ਨੇ, ਜਿਹਨੂੰ ਪੂਰ ਸਭ ਹਾਰੀ, ਸਾਰੀ ਲੁਕਾਈ ਪੂਰ ਕੇ ਹਾਰ ਗਈ ਹੈ। ਠਾਗੀ ਵਿਸ ਸਾਰੀ ਹੈ, ਵਿਸ ਦੁਨੀਆ ਸਾਰੀ ਇਸ ਦੇ ਨਾਲ ਠੱਗੀ ਗਈ ਆ, ਪੇਟ ਭਰਦਾ ਹੀ ਨਹੀਂ। ਫਰੀਦਾ ਮੌਤ ਨਾਲੋਂ ਭੁੱਖ ਬਰੀ, ਰਾਤ ਨੂੰ ਖਾਧੀ ਦਿਨੇ ਫੇਰ ਖੜੀ। ਇਹ ਕਹਿਣ ਦਾ ਮਤਲਬ ਇੱਥੇ ਕਵੀ ਸਾਹਿਬ ਜੀ ਦਾ, ਅਤ ਦੀਨ ਮਲੀਨ ਦੁਖੀ ਨਰ ਜੋ, ਇਸ ਸੰਸਾਰ ਵਿੱਚ ਜੋ ਜਿਹੜੇ ਅਤ ਕਹੀਏ ਅਤਿਅੰਤ ਬਹੁਤ ਦੀਨ ਗਰੀਬ ਹੈ, ਮਲੀਨ ਮੈਲੇ ਅਤੇ ਦੁਖੀ ਨਰ ਮਨੁੱਖ ਹਨ, ਤਿੰਨ ਕੇ ਘਰ ਭੀਤਰ ਭੀਖ ਮੰਗਾਏ। ਤਿੰਨ ਕੇ ਉਹਨਾਂ ਦੇ ਘਰਾਂ ਵਿੱਚ ਸੰਤ ਜਨਾਂ ਕੋਲੋਂ ਭੀਖ ਜਿਹੜੀ ਭਿਖਿਆ ਮੰਗਵਾ ਦਿੱਤੀ। ਭਾਵ ਸੰਤ ਜਨਾਂ ਨੂੰ ਇਸ ਪੇਟ ਦੇ ਭਰਨ ਲਈ ਦਰ 'ਤੇ ਜਾ ਕੇ ਮੰਗਣਾ ਪੈਂਦਾ। ਜਿਹੜੇ ਲੋਕ ਹੈਗੇ ਨਾ ਅਤ ਦੇ ਦੀਨ ਗਰੀਬ ਮੈਲੇ ਕਚੈਲੇ, ਰਹਿਤ ਮਰਿਆਦਾ ਜਿਨ੍ਹਾਂ ਦੀ ਕੋਈ ਨਹੀਂ, ਵਿਸ਼ਿਆਂ ਕਰਕੇ ਦੁਖੀ ਆ, ਉਹਨਾਂ ਦੇ ਘਰਾਂ ਵਿੱਚ ਸੰਤ ਜਨਾਂ ਨੂੰ ਭੇਜ ਕੇ ਵੀ ਪੇਟ ਦੇ ਭਰਨੇ ਕਰਕੇ ਭੀਖ ਮੰਗਵਾ ਦਿੱਤੀ ਬ੍ਰਹਮਾ ਨੇ। ਇਹ ਅਨੀਤੀ ਗੱਲ ਕੀਤੀ ਹੈ ਨਾ। ਮਨ ਕੇ ਅਨੁਸਾਰ ਰਚੇ ਜਗ ਕੋ ਬਿਦ। ਹੇ ਬ੍ਰਹਮਾ, ਤੂੰ ਤੇ ਆਪਣੇ ਮਨ ਕੇ ਅਨੁਸਾਰ, ਮਨ ਦੇ ਅਨੁਸਾਰ ਹੀ, ਭਾਵ ਮਨ ਦੀ ਮਰਜ਼ੀ ਨਾਲ ਹੀ
ਇਹ ਜਿਹੜਾ ਜਗ ਨੂੰ ਸੰਸਾਰ ਨੂੰ ਰਚੇ ਬਣਾ ਦਿੱਤਾ ਹੈ। ਜਾਣਤ ਹੋ ਨੈਸੀ ਕ ਬਣਾਏ। ਮੈਂ ਜਾਣਦਾ ਹੋਂ ਦਾ ਅਰਥ ਹਾਂ, ਮੈਂ ਜਾਣਦਾ ਹਾਂ ਕਿ ਬ੍ਰਹਮਾ ਤੂੰ ਕਿਸੇ ਕੋਲੋਂ ਸਿੱਖ ਕੇ ਨਹੀਂ ਬਣਾਉਣਾ ਕੀਤਾ। ਇਹ ਆਪਣੀ ਮਨ ਦੀ ਮਰਜ਼ੀ ਅਨੁਸਾਰ ਹੀ ਬਿਧ ਦਾ ਅਰਥ ਬ੍ਰਹਮਾ ਤੂੰ ਆਪਣੀ ਮਨ ਦੀ ਮਰਜ਼ੀ ਅਨੁਸਾਰ ਹੀ ਇਹ ਸੰਸਾਰ ਨੂੰ ਰਚ ਦਿੱਤਾ, ਬਣਾ ਦਿੱਤਾ, ਆਪਣੀ ਮਨ ਹੀ ਕੀਤੀ ਹੈ। ਕਵੀ ਜੀ ਕਹਿੰਦੇ ਮੈਂ ਜਾਣਦਾ ਵੀ ਤੂੰ ਕੋਈ ਵੀ ਕਿਸੇ ਕੋਲ ਸਿੱਖ ਕੇ ਨਾ ਸਲਾਹ ਲੈ ਕੇ ਸੰਸਾਰ ਨੂੰ ਬਣਾਉਣਾ ਨਹੀਂ ਕੀਤਾ। ਸਵਈਆ ਸੁਭ ਸੰਤ ਕਰੇ ਤਬ ਸਾ ਤਨ ਕੈ। ਉਹਦੇ ਉਤਲੇ ਸਵਈਏ ਵਿੱਚ ਤੇ ਲਾਂਭਾ ਦਿੱਤਾ ਕਵੀ ਜੀ ਨੇ ਆਪਣੇ ਵੱਲੋਂ, ਤੂੰ ਐਸਾ ਸੰਤਾਂ ਦੀ ਕਿਉਂ ਕੀਤਾ ਹੈ ਬ੍ਰਹਮਾ। ਹੁਣ ਬ੍ਰਹਮਾ ਵੱਲੋਂ ਉੱਤਰ ਵਿੱਚ ਅਗਲਾ ਜਿਹੜਾ ਸਵਈਆ ਉਚਾਰਨ ਕੀਤਾ, ਸੁਭ ਸੰਤ ਕਰੇ ਤਬ ਸਾ ਤਨ ਕੈ। ਸੁਭ ਸੰਤ ਸ੍ਰੇਸ਼ਟ ਉੱਤਮ ਉੱਚੇ ਸੁੱਚੇ ਜੀਵਨ ਵਾਲੇ ਜਿਹੜੇ ਸੰਤ ਮਹਾਤਮਾ ਜਾਣਿਆ, ਆਪਣੇ ਤਨ ਕੇ ਆਪਣੇ ਸਰੀਰ ਕਰਕੇ ਤਪਸਾ ਤਪੱਸਿਆ ਕਰਦੇ ਹਨ ਅਤੇ ਮਨ ਕੈ ਹਰ ਸੇਵਤ ਧਿਆਨ ਲਗਾਏ। ਮਨ ਕਹੀਏ ਹਿਰਦਾ ਤੇ ਕੈ ਦਾ ਅਰਥ ਕਰਕੇ, ਦੋਵੇਂ ਕੈ ਦਾ ਅਰਥ ਕਰਕੇ ਹਿਰਦੇ ਕਰਕੇ ਹਰ ਪਰਮਾਤਮਾ ਨੂੰ ਸੇਵਤ ਕਹੀਏ, ਸੇਵਦੇ ਭਾਵ ਉਸਦਾ ਧਿਆਨ, ਉਸਦਾ ਨਾਮ ਧਿਆਉਂਦੇ ਆ ਅਤੇ ਉਹਦੇ ਸਰੂਪ ਦਾ ਧਿਆਨ ਧਿਆਤਾ ਕਰ ਬਿਰਤੀ ਨਾਲ ਅੰਤਰਮੁਖ ਹੋ ਕੇ ਲਗਾਉਂਦੇ ਹਨ। ਜਿਨ ਕੇ ਪਦ ਤੀਰਥ ਤੇ ਅਤ ਪਾਵਨ। ਇਹ ਹੁਣ ਬ੍ਰਹਮਾ ਵੱਲੋਂ ਉਤਰਿਆ ਕਵੀ ਜੀ ਨੂੰ। ਇਸ ਤਰ੍ਹਾਂ ਕਵੀ ਸਾਹਿਬ ਜੀ ਦਾ ਅਲੰਕਾਰ ਬਣਿਆ ਆ। ਜਿਨ ਕੇ ਪਦ ਤੀਰਥ ਤੇ ਅਤ ਪਾਵਨ, ਵੀ ਉੱਤੇ ਜਿਹੜਾ ਸਵਈਆ ਦੇ ਵਿੱਚ ਲਾਂਭਾ ਦੇ ਦਿੱਤਾ, ਹੁਣ ਬ੍ਰਹਮਾ ਵੱਲ ਉੱਤਰ ਹੋ ਰਿਹਾ। ਜਿਨ ਕੇ ਪਦ ਤੀਰਥ, ਜਿਨ੍ਹਾਂ ਸੰਤ ਜਨਾਂ ਦੇ ਪਦ ਜਿਹੜੇ ਚਰਨ ਉਹ ਤੀਰਥਾਂ 'ਤੇ ਵੀ, ਤੇ ਦਾ ਅਰਥ ਤੋਂ ਤੀਰਥਾਂ ਤੋਂ ਵੀ ਅਤ ਬਹੁਤ ਅਤਿਅੰਤ ਹੀ ਪਾਵਨ ਪਵਿੱਤਰ ਹਨ। ਹੇਰਨ ਕੇ ਜਨ ਦੁਖ ਪਿਲਾਏ। ਉਹਨਾਂ ਦੇ ਜਿਹੜੇ ਦਰਸ਼ਨ, ਹੇਰਨ ਕਹੀਏ ਵੇਖਣ ਤੋਂ ਹੀ ਜਨ ਜਿਹੜੇ ਲੋਕ ਹੈ, ਆਮ ਲੋਕ ਘਰ ਗ੍ਰਸਤੀ ਜਿਨ੍ਹਾਂ ਨੂੰ ਕਵੀ ਸਾਹਿਬ ਤੋਂ ਅਤ ਦੀਨ ਮੁਲੀਰ ਦੁਖੀ ਕਹਿ ਰਿਹਾ, ਅਤੇ ਉਹਨਾਂ ਦੇ ਜਿਹੜੇ ਦੁੱਖ ਹੈ ਪਿਲਾਏ ਨਾਸ ਹੋ ਜਾਂਦੇ ਐਸੇ ਸੰਤ ਆ। ਕਿਉਂਕਿ ਸੰਤ ਐਸੇ ਹੀ ਹੈ। 68 ਤੀਰਥ ਜਹ ਸਾਧ ਭਗਤ ਰਹਿ, ਤਹਿ ਬੈਕੁੰਠ ਜਹ ਨਾਮ ਉਚਰਹਿ। ਇਹ ਸੰਤ ਐਸੇ ਹੀ ਹੈ। ਉੱਥੇ 68 ਤੀਰਥ ਹੈ ਜਿੱਥੇ ਸੰਤ ਮਹਾਤਮਾ ਜਿਹੜੇ ਆ ਚਰਨ ਪਾਉਂਦੇ ਆ, ਅਤੇ ਉੱਥੇ ਬੈਕੁੰਠ ਜਿੱਥੇ ਉਹ ਨਾਮ ਜਪਦੇ। ਵਿਧ ਨੀਤ ਵਿਚਾਰ ਕੀਓ ਮਨ ਮੈਂ। ਇਹ ਵਿਧਾਤੇ ਨੇ ਨੀਤੀ ਦੀ ਚੰਗੀ ਵਿਚਾਰ ਆਪਣੇ ਮਨ ਵਿੱਚ ਕੀਤੀ ਹੈ। ਵਿਧ ਕਹੀਏ ਬ੍ਰਹਮਾ, ਨੀਤੀ ਜਾਂ ਯੋਗ, ਵੀ ਬ੍ਰਹਮਾ ਨੇ ਇਹ ਨੀਤੀ ਦੀ ਜਿਹੜੀ ਚੰਗੀ ਜਿਹੜੀ ਵਿਚਾਰ ਹੈ ਨਾ ਉਹ ਆਪਣੇ ਮਨ ਵਿੱਚ ਕੀਤੀ ਆ। ਸ਼ੁਭ ਸੰਤਨ ਕੇ ਤਨ ਪੇਟ ਲਗਾਏ, ਕਿ ਸ੍ਰੇਸ਼ਟ ਕਮਾਈ ਵਾਲੇ ਮਹਾਤਮਾ ਜਨਾਂ ਦੇ ਸਰੀਰ ਨੂੰ ਮੈਂ ਢਿੱਡ ਲਗਾ ਦੇਵਾਂ। ਅਤੇ ਢਿੱਡ ਲਗਾ ਦਿੱਤਾ ਵੀ ਉਹ ਸੰਤ ਲੋਕਾਂ ਦੇ ਘਰ ਮੰਗਣ ਜਾਣਗੇ, ਉਹ ਲੋਕ ਦਰਸ਼ਨ ਕਰਨਗੇ, ਚਰਨ ਪੈਣਗੇ, ਉਹ ਤੀਰਥਾ ਸਮਾਨ ਉਹਨਾਂ ਦੇ ਘਰ ਹੋ ਜਾਣਗੇ ਅਤੇ ਨਾਲ ਹੀ ਉਹਨਾਂ ਦੇ ਦੁੱਖ ਮਿਟ ਜਾਣਗੇ। ਜਿਵੇਂ ਤੀਰਥਾਂ ਵਿੱਚ ਇਸ਼ਨਾਨ ਕੀਤਿਆਂ ਦੁੱਖ ਮਿਟਦਾ ਹੈ, ਇਸੇ ਤਰ੍ਹਾਂ ਸੰਤ ਜਨਾਂ ਦੇ ਚਰਨ ਪੈਣੇ ਕਰਕੇ ਘਰ ਪਵਿੱਤਰ ਹੋਊ। ਉਹ ਲੋਕਾਂ ਦੇ ਨੇਤਰ ਸਫਲੇ ਹੋਣਗੇ, ਸਰੀਰ ਪਵਿੱਤਰ ਹੋਣਗੇ, ਮਨੁੱਖ ਜਨਮ ਸਫਲ ਹੋਣਗੇ। ਕਿਉਂਕਿ ਤਿੰਨੇ ਸਰਸਾ ਜਮਨਾ ਸਰਸਵਤੀ, ਤਿੰਨੇ ਨਦੀਆਂ ਵੀ ਉਹ ਮਹਾਤਮਾ ਜਨਾਂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੀਆਂ। ਉਹ ਜਿਵੇਂ ਇੱਕ ਮਹਾਤਮਾ ਦੇ ਚਰਨਾਂ ਦੇ ਜਿੱਥੇ ਇਸ਼ਨਾਨ ਕਰਦੇ ਸਨ ਮਹਾਤਮਾ,
ਜਿਹੜਾ ਚਲੇ 'ਚ ਪਾਣੀ ਪੈਂਦਾ ਸੀ, ਉੱਥੇ ਜਾ ਕੇ ਜਮਨਾ, ਸਰਸਵਤੀ ਅਤੇ ਗੰਗਾ ਇਸ਼ਨਾਨ ਕਰਕੇ ਅਤੇ ਵਾਪਸ ਜਾਂਦੀਆਂ ਸਨ। ਅਤੇ ਇੱਕ ਮਹਾਤਮਾ ਨੇ ਵੇਖਿਆ, ਕਹਿੰਦਾ ਵੀ ਤੁਸੀਂ ਕੌਣ? ਕਹਿੰਦੇ ਅਸੀਂ ਸਰਸਵਤੀ, ਗੰਗਾ, ਜਮਨਾ ਹਾਂ। ਉਹਦਾ ਵੀ ਇੱਥੇ ਕਿਵੇਂ? ਕਹਿੰਦੀ ਵੀ ਲੋਕ ਪਾਪੀ ਜਿਹੜੇ ਆ ਉਹਦੇ ਸਾਡੇ ਵਿੱਚ ਇਸ਼ਨਾਨ ਕਰਕੇ ਸਾਨੂੰ ਪਾਪਾਂ ਵਾਲਾ ਕਰ ਜਾਂਦੇ, ਕਾਲਾ ਕਰ ਜਾਂਦੇ। ਇਹ ਸੰਤ ਜਨਾਂ ਦੀ ਜਿਹੜੇ ਚਲੇ ਵਿੱਚ ਇਸ਼ਨਾਨ ਕਰਕੇ ਚਰਨਾਂ ਦੀ ਧੂੜੀ, ਸਰੀਰ ਦੇ ਉੱਪਰ ਦੀ ਧੂੜੀ ਪੈਂਦੀ ਆ, ਉਸ ਨਾਲ ਸਾਡਾ ਵੀ ਪਾਰ ਉਤਾਰਾ ਹੁੰਦਾ, ਸਾਡੇ ਪਾਪ ਉਤਰ ਜਾਂਦੇ। ਇਸ ਕਰਕੇ ਰੋਜ਼ ਨੇਮ ਨਾਲ ਅਸੀਂ ਇਸ਼ਨਾਨ ਕਰਦੀਆਂ ਹਾਂ। ਸੋ ਸੰਤਾਂ ਦੇ ਚਰਨ ਮਹਾਨ ਹੈ, ਸੰਤਾਂ ਦੇ ਦਰਸ਼ਨ ਮਹਾਨ ਹੈ। ਮਿਸ ਭੋਜਨ ਕੇ ਸੋ ਰਟੇ ਘਰ ਮੈਂ, ਕਿਉਂਕਿ ਸੰਤ ਜਨ ਭੋਜਨ ਮੰਗਣ ਦੇ ਮਿਸ ਬਹਾਨੇ ਘਰਾਂ ਦੇ ਵਿੱਚ ਰਟੇ ਵਿਚਰਦੇ ਹਨ। ਪਦ ਤੀਰਥ ਤੇ ਜਨ ਪਾਪ ਮਿਟਾਏ, ਉਹਨਾਂ ਦੇ ਤੀਰਥਾਂ ਨਾਲੋਂ ਵੀ ਜਿਹੜੇ ਪਦ ਚਰਨ ਉਹ ਤੀਰਥ ਕਹੀਏ ਪਵਿੱਤਰ ਹਨ। ਤੀਰਥ ਅਰਥ ਤੀਰਥ ਵੀ ਹੈ, ਤੀਰਥ ਦਾ ਅਰਥ ਪਵਿੱਤਰ ਹੁੰਦਾ। ਮਹਾਤਮਾ ਜਨਾਂ ਦੇ ਜਿਹੜੇ ਚਰਨ ਉਹ ਤੀਰਥਾਂ ਨਾਲੋਂ ਵੀ ਤੀਰਥ ਕਹੀਏ ਪਵਿੱਤਰ ਹਨ। ਅਤੇ ਉਹ ਚਰਨ ਐਸੇ ਪਵਿੱਤਰ ਘਰਾਂ ਵਿੱਚ ਪੈਣ ਕਰਕੇ ਮਨੁੱਖਾਂ, ਆਮ ਲੋਕਾਂ ਦੇ ਜਿਹੜੇ ਪਾਪ ਮਿਟਾਏ ਮੰਦ ਕਰਮ ਹੈ ਮਿਟ ਜਾਂਦੇ ਹੈ, ਜਿਸ ਕਰਕੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਮੋਹ ਕਉ ਕਰ ਸੰਤਨ ਕੀ ਤੂਰੇ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਬਚਨ ਲਿਖਦੇ ਹੈ। ਅੱਗੇ ਸੰਤ ਜਨਾਂ ਦਾ ਸੁਭਾਅ ਬਾਬਤ, ਸੁਭਾਅ ਕੈਸਾ ਉਹ ਕਥਨ ਕਰ ਰਹੇ। ਸਵਈਆ ਮਾਨ ਅਮਾਨ ਨਹੀਂ ਜਿਨ ਕੋ। ਇਹ ਸੰਤਾਂ ਦੀ ਹੁਣ ਪਰਿਭਾਸ਼ਾ ਹੀ ਆ ਰਹੀ ਮਾਨੋ। ਸੰਤ ਕਿਹੜੇ ਹੁੰਦੇ? ਜਿਨ੍ਹਾਂ ਸੰਤ ਜਨਾਂ ਨੂੰ ਆਦਰ ਨਿਰਾਦਰ ਨਹੀਂ ਹੈ, ਭਾਵ ਆਪਣੇ ਆਦਰ ਦੀ ਇੱਛਾ ਨਹੀਂ ਉਹਨਾਂ ਨੂੰ ਹੁੰਦੀ। ਨਿਰਾਦਰ ਅਪਮਾਨ ਹੋਣ 'ਤੇ ਮਨ ਵਿੱਚ ਕੋਈ ਗੁੱਸਾ ਦਵੈਸ਼ ਨਹੀਂ ਆਉਂਦਾ। ਮਾਨ ਅਮਾਨ ਨਹੀਂ ਜਿਨ ਕੋ, ਜਿਨ੍ਹਾਂ ਨੂੰ ਮਾਣ ਅਮਾਨ ਆਦਰ ਨਿਰਾਦਰ ਕੋਈ ਨਹੀਂ। ਸੋ ਨਹੀਂ ਧਨ ਨੀਰ ਤਿਖਾ ਉਰ ਭਾਰੀ, ਉਹਨਾਂ ਦੇ ਹਿਰਦੇ ਵਿੱਚ ਭਰਾਈ ਜਿਹੜੀ ਦੌਲਤ ਰੂਪੀ ਪਾਣੀ ਦੀ ਬਹੁਤ ਹੀ ਪਿਆਸਾ ਵੀ ਨਹੀਂ। ਧਨ ਨੀਰ, ਜਿਹੜਾ ਧਨ ਦੌਲਤ ਪੈਸਾ ਹੈ, ਪੈਸੇ ਰੂਪੀ ਜਿਹੜਾ ਨੀਰ ਪਾਣੀ ਹੈ, ਉਹਦੀ ਜਿਹੜੀ ਭਾਰੀ ਤ੍ਰਿਖਾ ਤੇ ਹੈ ਨਾ ਪਿਆਸ, ਉਹ ਹੀ ਉਹਨਾਂ ਦੇ ਹਿਰਦੇ ਵਿੱਚ ਭਾਰੀ ਨਹੀਂ ਹੈ। ਕੋਈ ਚਾਹਨਾ ਨਹੀਂ ਹੈ ਪੈਸੇ ਦੀ ਉਹਨਾਂ ਨੂੰ। ਜੀਵਨ ਆਸ ਨਹੀਂ ਔਰ ਮੈਂ, ਸੰਤ ਜਨਾਂ ਨੇ ਆਪਣੇ ਮਨ ਦੇ ਵਿੱਚ ਜਿਉਣ ਦੀ ਜਿਹੜੀ ਆਸ ਉਮੀਦ ਉਹ ਵੀ ਨਹੀਂ ਧਾਰੀ। ਉਹਨਾਂ ਨੂੰ ਪਤਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਦੇਣ ਕਾ ਤੋ ਆਓ ਹਮਾਰੇ ਪਾਸ। ਵੀ ਗੁਰੂ ਦਾ ਤੇ ਇਹੀ ਬਚਨ ਹੈ, ਜੀਣ ਦੀ ਆਸਾ ਨਹੀਂ ਹੈ ਕਿ ਸਭ ਦੇ ਧੂੜੀ ਹੋ ਕੇ ਰਹਿਣਾ, ਫਿਰ ਮਾਣ ਅਪਮਾਨ ਦਾ ਕਾਹਦਾ ਫਿਕਰ। ਇਸ ਪ੍ਰਕਾਰ ਨਾਲ ਉਹ ਰਹਿੰਦੇ। ਪੁੰਨ ਕਲ ਹੈ ਕੀ ਮਨ ਚਿੰਤ ਵਿਸਾਰੀ। ਫਿਰ ਉਹਨਾਂ ਨੇ ਕਲ ਹੈ ਜਿਹੜਾ ਮੌਤ ਆ, ਮੌਤ ਦੀ ਜਿਹੜੀ ਚਿੰਤਾ ਉਹ ਵੀ ਆਪਣੇ ਮਨ ਵਿੱਚੋਂ ਜਮਾਂ ਸਾਰੀ ਦੀ ਸਾਰੀ ਵਿਸਾਰੀ ਭੁਲਾ ਦਿੱਤੀ। ਮਰਨ ਦੀ ਕੋਈ ਚਿੰਤਾ ਨਹੀਂ, ਮਰਨੇ ਕੀ ਚਿੰਤਾ ਨਹੀਂ ਹੈ। ਔਰ ਮਾਹ ਖਿਮਾ ਪਰਿਪੂਰਨ, ਸੰਤ ਜਨਾਂ ਦੇ ਔਰ ਮਾਹ, ਇੱਥੇ ਮਮੇ ਕੰਨਾ ਉੱਤੇ ਬਿੰਦੀ ਹਾ, ਐਵੇਂ ਪਾਠ ਹਾਹੇ ਸਿਰ ਨਹੀਂ ਹੈਗਾ। ਸੰਤ ਜਨਾਂ ਦੇ ਹਿਰਦੇ ਵਿੱਚ ਖਿਮਾ ਦਾ ਜਿਹੜਾ ਗੁਣ, ਵੀ ਕਿਸੇ ਨੇ ਕੋਈ ਨਿਰਾਦਰ ਕਰ ਦਿੱਤਾ, ਛੋਟੇ ਵੱਡੇ ਨੇ ਉਹਨੂੰ ਖਿਮਾ ਮਾਫ਼ ਕਰ ਦੇਣਾ, ਇਹ ਤਾਂ ਪਰਿਪੂਰਨ ਲਬਾ ਲੱਭ ਨਕਾ ਨਕ
परिपूर्ण पूरा पूरे भरिया होया है। तूਰਨ ਗਿਆਨ ਕਲਾ ਔਰ ਧਾਰੀ, ਤੇ ਆਪਣੇ ਨਿਜ ਸਰੂਪ ਦੇ ਗਿਆਨ ਦੀ, ਆਤਮ ਸਰੂਪ ਦੀ, ਆਪੇ ਆਪ ਦੀ ਜਿਹੜੀ ਕਲਾ ਸ਼ਕਤੀ ਆ ਉਹ ਉਹਨਾਂ ਨੇ ਤੂਰਨ ਕਹੀਏ ਬੜੀ ਛੇਤੀ ਹੀ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੋਈ ਹੈ। ਐਸੇ ਹੁੰਦੇ ਸੰਤ। ਸੰਤ ਇਸੇ ਵਿਰਲੇ ਵਿਖੀਏ, ਇਸੇ ਅਜਿਹੇ ਜੀਣ ਵਾਲੇ ਜਿਹੜੇ ਸੰਤ ਸ਼ਾਂਤ ਚਿੱਤ, ਸਮਦਰਸ਼ੀ, ਨਿਮਰਤਾ ਵਾਲੇ, ਤਿਆਗੀ, ਕਮਾਈ ਕਰਨ ਵਾਲੇ, ਜਿਹੜੇ ਅੰਤ, ਐਵੇਂ ਸੱਸੇ ਵਿੱਚੋਂ ਹੀ ਐੜਾ ਨਿਕਲ ਕੇ ਅੰਤ, ਜਿਹੜੇ ਅੰਤ ਵੇਲੇ ਸਹਾਇਤਾ ਕਰਨ ਵਾਲੇ ਐਸੇ ਸੰਤ ਮਹਾਤਮਾ ਕਵੀ ਸਾਹਿਬ ਜੀ ਕਹਿੰਦੇ ਵਿਰਲੇ ਭਿਖੀਏ, ਟਾਵੇਂ ਟਾਵੇਂ ਬਹੁਤ ਘੱਟ ਹੀ ਭਿਖੀਏ ਵੇਖੇ ਜਾਂਦੇ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕਈ ਕੇ ਹੈਣ, ਵਿਰਲੇ ਨਾਹੀਂ ਘਣੇ ਵੇਖੇ ਜਾਂਦੇ ਹਨ। ਭਵ ਮੰਡਲ ਮੈਂ ਜਨ ਕੋ ਸੁਖਕਾਰੀ, ਜੋ ਇਸ ਭਵ ਸੰਸਾਰ ਮੰਡਲ ਗੋਲਾਕਾਰ ਧਰਤੀ ਜਾਂ ਭਵ ਮੰਡਲ ਸੰਸਾਰ ਸਥਾਨ ਮੈਂ ਵਿੱਚ ਜਿਹੜੇ ਜਨ ਕੋ ਮਨੁੱਖਾਂ ਨੂੰ ਸੁਖਕਾਰੀ, ਸੁਖ ਕਰਨ, ਸੁਖ ਦੇਣ ਵਾਲੇ ਹਨ। ਨਹੀਂ ਤੇ ਰਾਮ ਰਹੀਮ, ਆਸਾ ਰਾਮ, ਹੋਰ ਕਈ ਜਿਹੜੇ ਵੱਧ ਬਲਾਵਾਂ ਇਕੱਠੀਆਂ ਹੋਈਆਂ ਸੰਤ ਅਖਵਾਉਂਦੇ ਉਹ ਸੰਤ ਨਹੀਂ ਹਨ। ਸੰਤ ਤੇ ਐਸੇ ਵੇਖੇ ਜਾਂਦੇ ਜਿਵੇਂ ਕਵੀ ਸਾਹਿਬ ਜੀ ਨੇ ਉੱਪਰ ਦੱਸਿਆ, ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕਹਿ ਏਕੈ ਕਾਮ। ਨਾਮ ਜਪਦੇ ਜਪਾਉਂਦੇ ਹੈ, ਵਿਸ਼ੇ ਵਿਕਾਰਾਂ ਤੋਂ ਦੂਰ ਹੁੰਦੇ, ਉਹ ਸੰਤ ਹੁੰਦੇ। ਇਸ ਵਿਚਾਰ ਦੀ ਤੇ ਬਹੁਤ ਵੱਡਾ ਵਿਸਥਾਰ ਹੋ ਸਕਦਾ। ਆਪਾਂ ਇੱਥੇ ਜਿਵੇਂ ਕਵੀ ਸਾਹਿਬ ਜੀ ਵੱਲੋਂ ਲਿਖਿਆ ਉਹਦੇ ਅਰਥਾਂ ਦੇ ਨਾਲ ਹੀ ਜਿਹੜਾ ਹੈ ਸੰਬੰਧ ਰੱਖਣਾ ਹੈ। ਸਿੱਧਾ ਜਿਹਾ ਹੀ ਵੀ ਜੋ ਅੱਖਰ ਲਿਖੇ ਉਹਨਾਂ ਦਾ ਆਪਾਂ ਅਰਥ ਸਹੀ ਰੂਪ ਵਿੱਚ ਜਿੰਨੀ ਸਮਝ ਪੈ ਰਹੀ ਹੈ ਅਤੇ ਉਸ ਨੂੰ ਸੰਖੇਪ ਦੇ ਵਿੱਚ ਹੀ ਆਪਾਂ ਕਰ ਰਹੇ ਹਾਂ। ਉਹ ਜਦੋਂ ਵਿਦਿਆਰਥੀ ਕਥਾ ਰੂਪ ਵਿੱਚ ਕਰਦਾ ਜਾਂ ਕਥਾਵਾਚਕ ਗਿਆਨੀ, ਫਿਰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਕਮਾਈ ਦਾ ਸਦਕਾ ਆਪਣੇ ਆਪ ਹੀ ਜੀਵਨ ਵਿੱਚ ਵਿਚਰਦਿਆਂ ਸਮਝ ਜਾਂਦਾ ਕਿਹੜਾ ਸੰਤ ਕੈਸਾ ਹੈ। ਫਿਰ ਆਪਣੇ ਆਪ ਹੀ ਉਹਦੀ ਵਿਚਾਰ ਕਰਨ ਲੱਗ ਪੈਂਦਾ। ਗੁਰਬਾਣੀ ਵਿੱਚ ਸੰਤਾਂ ਦੇ ਬਹੁਤ ਪ੍ਰਮਾਣ ਮਿਲਦੇ ਹਨ। ਸੋ ਰਹੋ ਵਿਚਾਰ। ਸਵਈਆ ਜਗ ਸੂਰਜ ਆਤਪ ਦੁੱਖ ਮਿਟੇ। ਹੁਣ ਇਸ ਸਵਈਏ ਦੇ ਵਿੱਚ ਸੰਤਾਂ ਦੀ ਸੰਗਤ ਨੂੰ ਅੰਬਾਂ ਦਾ ਬਾਗ ਕਥਨ ਕਰਦੇ ਹੋਏ ਸਾਧ ਸੰਗਤ ਦੀ ਮਹਿਮਾ ਕਥਨ ਕਰਦੇ ਰੂਪਕ ਅਲੰਕਾਰ ਦੁਆਰਾ। ਸਵਈਆ ਜਗ ਸੂਰਜ ਆਤਪ ਦੁੱਖ ਮਿਟੇ। ਹੁਣ ਰੂਪਕ ਅੰਬ ਦਾ ਅਤੇ ਸੰਤਾਂ ਦੀ ਸੰਗਤ ਦਾ ਅਲੰਕਾਰ ਬਣਦੇ। ਕਹਿੰਦੇ ਵੀ ਜਿਸ ਪ੍ਰਕਾਰ ਅੰਬ ਦੇ ਬਾਗ ਵਿੱਚ ਜਾ ਕੇ ਅੰਬਾਂ ਦੀ ਛਾਂ ਹੇਠਾਂ ਬੈਠ ਕੇ ਸੂਰਜ ਦੀ ਧੁੱਪ ਮਿਟ ਜਾਂਦੀ ਹੈ, ਜਿਹੜੀ ਸੂਰਜ ਦੀ ਧੁੱਪ ਪੈਂਦੀ ਆ ਅਤੇ ਉਹ ਮਿਟ ਜਾਂਦੀ ਹੈ, ਤਿਵੇਂ ਜਿਹੜਾ ਹੈ ਜਗ ਸੂਰਜ ਆਤਪ ਦੁੱਖ ਮਿਟੇ। ਇਸ ਜਗ ਸੰਸਾਰ ਦੇ ਅੰਦਰ ਸੰਤ ਸੰਗਤ ਰੂਪੀ ਜਿਹੜੇ ਅੰਬਾਂ ਦੇ ਬਾਗ ਵਿੱਚ ਜਾ ਕੇ ਅਗਿਆਨ ਰੂਪੀ ਸੂਰਜ ਦੀ ਜਿਹੜੀ ਈਰਖਾ, ਤ੍ਰਿਸ਼ਨਾ, ਪਾਪਾਂ ਰੂਪੀ ਧੁੱਪ ਆ ਉਹਦਾ ਦੁੱਖ ਮਿਟੇ, ਕਸ਼ਟ ਨਾਸ ਹੋ ਜਾਂਦਾ। ਜਗ ਸੂਰਜ ਸੰਸਾਰ ਜਿਹੜਾ ਹੈ, ਸੰਸਾਰ ਦੇ ਅੰਦਰ ਸੰਤਾਂ ਦੀ ਸੰਗਤ ਕੀ ਹੈ? ਅੰਬਾਂ ਦਾ ਬਾਗ ਹੈ। ਉਸ ਬਾਗ ਵਿੱਚ ਜਾ ਕੇ ਅਗਿਆਨ ਰੂਪੀ ਧੁੱਪ, ਅਗਿਆਨ ਰੂਪੀ ਜਿਹੜਾ ਸੂਰਜ ਆ ਉਹਦੇ ਕਰਕੇ ਈਰਖਾ ਹੁੰਦੀ ਨਾ, ਅਗਿਆਨ ਕਰਕੇ ਦਵੈਸ਼ ਹੁੰਦੀ, ਈਰਖਾ, ਤ੍ਰਿਸ਼ਨਾ, ਪਾਪਾਂ ਰੂਪੀ ਜਿਹੜੀ ਆਤਮ ਧੁੱਪ ਹੈ ਉਹਦਾ ਦੁੱਖ ਮਿਟ ਜਾਂਦਾ ਹੈ। ਫਲ ਸੂਖ ਸੋ ਨਿਮ੍ਰਿਤ ਹੈ ਜਗ ਮਾਹੀ।
ਜਿਵੇਂ ਅੰਬਾਂ ਨੂੰ ਫਲ ਲੱਗਦਾ ਹੈ, ਉਸ ਦੇ ਟਾਹਣੇ ਫਲਾਂ ਦੇ ਭਾਰ ਨਾਲ ਹੇਠਾਂ ਨੂੰ ਝੁਕ ਜਾਂਦੇ ਹਨ, ਤਿਵੇਂ ਸਾਧ ਸੰਗਤ ਵਿੱਚ ਫਲ ਸੂਖ ਸੋ ਨਿਮਰਤ ਹੈ ਜਗ ਮਾਹੀ। ਤਿਵੇਂ ਸਾਧ ਸੰਗਤ ਵਿੱਚ ਜਿਹੜੇ ਸੁੱਖ ਰੂਪੀ ਫਲ ਲੱਗਦੇ ਹਨ, ਸੰਤ ਜਨ ਇਸ ਸੰਸਾਰ ਵਿੱਚ ਅਤਿਅੰਤ ਨਿਮਰਤਾ ਦੇ ਗੁਣ ਨੂੰ ਧਾਰਨ ਰੂਪ ਝੁਕਦੇ ਹਨ। ਠੀਕ ਹੈ, ਅੰਬ ਨੂੰ ਫਲ ਲੱਗਦਾ ਤੇ ਇੱਧਰ ਸੰਤਾਂ ਦੀ ਸੰਗਤ ਨੂੰ ਕਿਹੜਾ ਸੁੱਖ ਰੂਪੀ ਫਲ ਲੱਗਦਾ, ਨਿਮਰਤ ਹੈ ਜਗ ਮਾਹੀ। ਉੱਧਰ ਫਲ ਲੱਗਣੇ ਕਰਕੇ ਰੁੱਖ ਝੁਕਦਾ ਅੰਬਾਂ ਦਾ ਹੈ, ਜਾਂ ਕੋਈ ਰੁੱਖ ਝੁਕਦਾ ਫਲ ਲੱਗਣੇ ਕਰਕੇ ਭਾਰੀ ਹੋ ਜਾਂਦਾ। ਇੱਧਰ ਸੰਸਾਰ ਵਿੱਚ ਰਹਿੰਦੇ ਜਿਹੜੇ ਸੰਤ ਹੈ, ਉਹ ਨਿਮਰਤਾ ਦੇ ਗੁਣ ਨੂੰ ਧਾਰਨ ਕਰਕੇ ਰੱਖਦੇ ਹੈ। ਨਿਮਰਤਾ ਜਿਹੜੀ ਰੱਖਣੀ ਇਹ ਝੁਕਣ ਰੂਪ ਗੁਣ ਨੂੰ ਧਾਰਨ ਕਰਦੇ ਹਨ। ਇੱਕ ਵਾਗ ਰਟੇ ਸੁਭਵੈਨ ਜਹਾਂ, ਜਿਸ ਪ੍ਰਕਾਰ ਅੰਬਾਂ ਦੇ ਬ੍ਰਿਸ਼ ਉੱਪਰ ਇੱਕ ਜਿਹੜੀ ਕੋਇਲ ਆ ਉਹ ਆਪਣੀ ਮਿੱਠੀ ਮਿੱਠੀ ਵਾਕ ਕਈ ਆਵਾਜ਼ ਵਿੱਚ ਘੂੰ 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 ਕਰਕੇ ਰਟੇ ਬੜੇ ਜਿਹੜੇ ਨਾ ਉਹ ਚੰਗੇ ਬੈਣ ਬਚਨ ਬੋਲਦੀ ਆ, ਰਟੇ ਕਹੀਏ ਬੋਲਦੀ ਹੈ, ਉਚਾਰਦੀ ਹੈ। ਤਿਵੇਂ ਸਾਧ ਸੰਗਤ ਵਿੱਚ ਜਿਹੜੇ ਸੰਤ ਜਨ ਆ ਉਹ ਸ਼ੁਭ ਬੈਨ ਜਾਂ ਸ਼ੁਭ ਬੈਨ ਸ੍ਰੇਸ਼ਟ ਬਚਨ, ਬੈਣ ਦਾ ਅਰਥ ਬਚਨ, ਬਚਨ ਬੋਲਦੇ ਆ। ਭਾਵ ਉਹਨਾਂ ਸੰਤਾਂ ਦੀ ਜਿਹੜੀ ਰਸਨਾ ਹੈ ਉਹ ਕੋਇਲ ਦੀ ਨਿਆਈ ਹੈ। ਸਾਧ ਜਨਾ ਕੀ ਅੰਮ੍ਰਿਤ ਬਾਣੀ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਜਿੱਥੇ ਪਰਮੇਸ਼ਰ ਵਸੇ ਉੱਥੇ ਫਿਰ ਸਭ ਕੋਇਲਾਂ ਦੀ ਆਵਾਜ਼ ਵੀ ਫਿੱਕੀ ਪੈ ਜਾਂਦੀ ਮਨ ਨੂੰ, ਉੱਥੇ ਫਿਰ ਉਹ ਕੋਇਲ ਵੀ ਕੁਝ ਨਹੀਂ, ਉਹ ਵੀ ਇੱਕ ਪ੍ਰਮਾਣ ਹੀ। ਜਿਹੜੀ ਸੰਤਾਂ ਦੀ ਰਸਨਾ ਉਹ ਕੋਇਲ ਦੀ ਨਿਆਈ ਹੈ। ਸ਼ੁਭ ਬੈਨ ਚੰਗੇ ਬਚਨ ਜਿਹੜੇ ਨਾ ਇੱਕ ਕੋਇਲ ਵਾਂਗ ਆਵਾਜ਼ ਵਿੱਚ ਰਟੇ ਬੋਲਦੇ ਹਨ ਮਹਾਤਮਾ ਜਨ। ਨਿਜ ਬੋਧ ਸੋ ਸੌਰਭ ਹੈ ਜਗ ਮਾਹੀ, ਅੰਬਾਂ ਵਿੱਚ ਥੋੜ੍ਹੀ ਥੋੜ੍ਹੀ ਜਿਹੜੀ ਇਹ ਸੌਰਭ ਕਹੀਏ ਸੁਗੰਧੀ ਹੁੰਦੀ ਹੈ, ਉਹ ਅੰਬ ਖਾਂਦੇ ਹਾਂ ਅਤੇ ਸੁਗੰਧੀ ਜਿਹੀ ਆਉਂਦੀ ਨਾ ਵਿੱਚੋਂ। ਤਿਵੇਂ ਹੀ ਜਗ ਮਾਹੀ ਇਸ ਸੰਸਾਰ ਦੇ ਵਿੱਚ ਜੋ ਸੰਤ ਜਨਾਂ ਨੂੰ ਨਿਜ ਬੋਧ ਆਪਣੇ ਸਰੂਪ ਦਾ ਜਿਹੜਾ ਬੋਧ ਕਹੀਏ ਗਿਆਨ ਪ੍ਰਾਪਤ ਹੋਇਆ, ਇਹ ਬਹੁਤ ਹੀ ਸੋ ਕਹੀਏ ਸ੍ਰੇਸ਼ਟ ਸੁੰਦਰ ਮਹਾਨ ਸੌਰਭ ਹੈ, ਸੁਗੰਧੀ ਆ ਰਹੀ ਹੈ। ਸੌਰਭ ਦਾ ਅਰਥ ਸੁਗੰਧੀ ਹੈ, ਸੁਗੰਧੀ ਆ ਰਹੀ ਹੈ। ਜਿਹੜਾ ਉਹਨਾਂ ਨੂੰ ਨਿਜ ਬੋਧ ਆਪਣੇ ਸਰੂਪ ਦਾ ਬੋਧ ਕਹੀਏ ਗਿਆਨ ਪ੍ਰਾਪਤ ਹੋਇਆ ਨਾ, ਜਗ ਮਾਹੀ ਸੰਸਾਰ 'ਚ ਰਹਿੰਦਿਆਂ ਇਹ ਬਹੁਤ ਵੱਡੀ ਗਿਆਨ ਰੂਪੀ ਅੰਬ ਦੇ ਵਿੱਚੋਂ ਸੁਗੰਧੀ ਆ ਰਹੀ ਹੈ। ਸ਼ੁਭ ਸਾਧਨ ਪੱਲਵ ਸਾਜਿਤ ਹੈ, ਸਤ ਸੰਤੋਖ ਦਇਆ ਧਰਮ ਆਦਿ। ਸ਼ੁਭ ਸਾਧਨ ਜਿਹੜੇ ਸ੍ਰੇਸ਼ਟ ਸਾਧਨਾ ਰੂਪੀ ਪੱਲਵ ਪੱਤੇ ਸਾਜਿਤ ਹੈ ਫਬ ਰਹੇ ਹਨ। ਜਲ ਸ਼ਾਂਤ ਭਰੇ ਅਲ ਬਾਲਣ ਮਾਹੀ, ਅਲ ਬਾਲਣ ਕਹੀਦਾ ਜੋ ਬ੍ਰਿਸ਼ ਦੇ ਆਲੇ ਦੁਆਲੇ ਪਾਣੀ ਪਾਉਣ ਲਈ ਵੱਟ ਕੀਤੀ ਹੁੰਦੀ ਹੈ, ਉਸ ਨੂੰ ਅਲ ਬਾਲਣ ਕਹਿੰਦੇ। ਆਪਾਂ ਬਣਾ ਲੈਂਦੇ ਨਾ ਆਲਾ ਦੁਆਲਾ ਕਿਸੇ ਅਮਰੂਦ ਦੇ ਅੰਬ ਦੇ ਰੁੱਖ ਦੇ ਆਲੇ ਦੁਆਲੇ ਵੀ ਪਾਣੀ ਟਿਕਿਆ ਰਹੇ, ਉਹਨੂੰ ਅਲ ਬਾਲਣ ਕਿਹਾ ਜਾਂਦਾ, ਗੋਲ ਕਿਆਰੀ ਨੂੰ। ਸੰਤ ਜਨਾਂ ਦੇ ਹਿਰਦੇ ਰੂਪੀ ਅਲ ਬਾਲਣ ਵਿੱਚ ਗੋਲ ਕਿਆਰੇ ਵਿੱਚ ਸ਼ਾਂਤ ਜਿਹੜਾ ਸ਼ਾਂਤੀ ਰੂਪੀ ਜਲ ਆ ਉਹ ਭਰੇ ਕਹੀਏ ਭਰਿਆ ਹੋਇਆ। ਬ੍ਰਿਸ਼ ਨੂੰ ਅੰਬ ਨੂੰ ਜਿਵੇਂ ਅੰਬ ਦੇ ਬੂਟੇ ਨੂੰ ਪਾਲ ਪੱਤੇ ਸਾਜਿਤ ਬੜੇ ਫੱਬਦੇ ਹੈ। ਇੱਧਰ ਸੰਤ ਜਨਾਂ ਦੇ ਕੋਲ ਜਿਹੜਾ ਸ਼ੁਭ ਸਾਧਨ ਸਤ ਸੰਤੋਖ ਦਇਆ ਧਰਮ ਆ, ਇਹੀ ਪੱਲਵ ਕਹੀਏ ਪੱਤੇ ਸਾਜਿਤ ਫੱਬ ਰਹੇ ਹਨ। ਜਿਵੇਂ ਅੰਬ ਦੇ ਕਿਆਰੇ ਨੂੰ, ਜਿਵੇਂ ਅੰਬ ਦੇ ਬੂਟੇ ਨੂੰ ਅਲ ਬਾਲਣ ਗੋਲ ਕਿਆਰਾ ਕੀਤਾ ਹੁੰਦਾ ਪਾਣੀ ਟਿਕਿਆ ਰਹਿਣ ਵਾਸਤੇ, ਇਵੇਂ ਸੰਤ ਜਨਾਂ ਦਾ ਹਿਰਦਾ ਜਿਹੜਾ ਇਹ ਹਿਰਦਾ ਰੂਪੀ ਗੋਲ ਕਿਆਰਾ
ਉਹ ਵੱਟ ਕੀਤੀ ਹੋਈ, ਅਤੇ ਉਹਦੇ ਵਿੱਚ ਜਲ ਕਿਹੜਾ? ਸ਼ਾਂਤੀ ਰੂਪੀ ਜਲ ਭਰਿਆ ਹੋਇਆ ਹੈ। ਚੱਲ ਰੇ ਮਨ ਢੀਲ ਕਰੋ ਨਾ ਵੈ, ਆਪਣੇ ਮਨ ਨੂੰ ਸਿੱਖਿਆ ਦਿੰਦੇ ਹਨ। ਹੇ ਮੇਰੇ ਮਨਾ, ਅਵੈ ਹੁਣ ਤੂੰ ਕੋਈ ਢਿੱਲ ਦੇਰੀ ਨਾ ਕਰ। ਚੱਲ ਰੇ ਮਨਾ, ਛੇਤੀ ਨਾਲ ਸ਼ੁਭ ਸੰਤ ਰਸਾਲਣ ਕੇ ਬਨ ਮਾਹੀ। ਸ੍ਰੇਸ਼ਟ ਮਹਾਤਮਾ ਦੇ ਸੰਗਤ ਰੂਪੀ ਰਸਾਲਣ, ਰਸ ਆਲਣ, ਰਸਾਂ ਦਾ ਜੋ ਘਰ ਹੈ ਜਾਂ ਰਸਾਂ ਦਾ ਘਰ ਕੀ ਬਾਗ। ਰਸਾਲਣ ਕੇ ਬਨ, ਰਸਾਂ ਦੇ ਘਰ ਦੇ ਜੇ ਬਨ ਕਹੀਏ ਬਾਗ ਦੇ ਵਿੱਚ ਚੱਲ ਜਾਣਾ ਕਰ। ਸ਼ੁਭ ਸੰਤ ਜਿਹੜੇ ਸੰਤ ਮਹਾਤਮਾ, ਉਹਨਾਂ ਦੀ ਜਿਹੜੀ ਮਹਾਤਮਾ ਦੀ ਸੰਗਤ ਹੈ, ਇਹ ਰਸਾਂ ਦਾ ਘਰ ਹੀ ਹੈ, ਅਤੇ ਇਹ ਮਾਨੋ ਬਾਗ ਹੈ, ਬਾਗ ਹੈ, ਬਗੀਚਾ ਹੈ। ਉਹ ਬਗੀਚੇ ਦੇ ਵਿੱਚ ਚੱਲ ਰੇ ਮਨ, ਹੇ ਮਨਾ ਤੂੰ ਛੇਤੀ ਛੇਤੀ ਚੱਲ, ਢੀਲ ਕਰੋ ਨਾ ਹੋਵੇ, ਹੁਣ ਕੋਈ ਢਿੱਲ ਨਾ ਕਰ। ਦੋਹਰਾ ਵਿਦਿਆ ਧਨ ਕੋ ਪਾਏ ਕਰ। ਸ੍ਰੇਸ਼ਟ ਪੁਰਖ ਦੀ ਹੁਣ ਇਹ ਗੱਲ ਕਰ ਰਹੇ ਕਵੀ ਜੀ। ਵਿਦਿਆ ਧਨ ਕੋ ਪਾਏ ਕਰ। ਵਿਦਿਆ ਪੜ੍ਹਾਈ, ਬ੍ਰਹਮ ਵਿਦਿਆ, ਧਨ ਕੋ, ਧਨ ਨੂੰ, ਧਨ ਪਦਾਰਥ, ਐਸ਼ੋ ਰਾਮ ਦੌਲਤ, ਇਹਨੂੰ ਪਾਏ ਕਰ, ਪਾ ਕਰਕੇ ਨਿਮਰਤ ਪੁਰਖ, ਉਦਾਰ ਕਈ ਜਿਹੜੇ ਸ੍ਰੇਸ਼ਟ ਸਮਝਦਾਰ ਪੁਰਖ ਹੈ, ਉਹ ਨਿਮਰਤਾ ਦੇ ਸਹਿਤ, ਗਰੀਬੀ ਦੇ ਸਹਿਤ ਹੋ ਜਾਂਦੇ ਹਨ। ਵਿਦਿਆ ਪਾ ਕੇ, ਧਨ ਪਾ ਕੇ, ਪਦਾਰਥ ਪਾ ਕੇ, ਦੌਲਤ ਪਾ ਕੇ ਜਿਹੜੇ ਸ੍ਰੇਸ਼ਟ ਪੁਰਖ ਉਹ ਨਿਮਰਤਾ ਵਾਲੇ ਹੋ ਜਾਂਦੇ। ਨਹੀਂ ਤਾਂ ਆਮ ਬੰਦੇ ਨੂੰ ਤਾਂ ਹੰਕਾਰ ਹੀ ਚੜ੍ਹ ਜਾਂਦਾ। ਮਾਇਆ ਧਾਰੀ ਤੰਨਾ ਬੋਲਾ, ਸ਼ਬਦਾਂ ਸੁਣੀ ਬਹੁ ਰੋੜ ਕਚੋਲਾ। ਇਹ ਸ੍ਰੇਸ਼ਟ ਪੁਰਖਾਂ ਦੀ ਵਿਚਾਰ ਹੈ ਵੀ ਉਹ ਨਿਮਰਤਾ ਧਾਰਨ ਕਰ ਲੈਂਦੇ ਪੈਸੇ ਧੇਲੇ ਨੂੰ ਪਾ ਕੇ। ਨਹੀਂ ਤਾਂ ਬੰਦਾ ਤਾਂ ਸੱਪ ਵਾਂਗੂ ਫੂਕਾ ਮਾਰਦਾ, ਹੁਣ ਮੈਂ ਤਾਂ ਜੀ ਬੜਾ ਪੈਸੇ ਵਾਲਾ। ਕੀਰਤ ਯਾ ਜਗ ਮੈਂ ਕਰੀ, ਜਿਸ ਕਰਕੇ ਯਾ ਜਗ ਮੈਂ, ਇਸ ਸੰਸਾਰ ਦੇ ਵਿੱਚ, ਜਾਂ ਮੈਂ ਨੇ ਇਸ ਸੰਸਾਰ ਦੇ ਵਿੱਚ ਉਹਨਾਂ ਦੀ ਜਿਹੜੀ ਕੀਰਤੀ, ਵਡਿਆਈ, ਮਹਿਮਾ, ਉਸਤਤੀ ਹੈ, ਘਣੀ ਕਹੀਏ ਬਹੁਤ ਹੁੰਦੀ ਹੈ। ਬਹੁਰੋ ਸੂਖ ਅਪਾਰ, ਫਿਰ ਉਹਨਾਂ ਨੂੰ ਅਪਾਰ ਪਾਰਾਵਾਰ ਤੋਂ ਰਹਿਤ ਭਾਵ ਬੇਅੰਤ ਸੁੱਖ ਵੀ ਪ੍ਰਾਪਤ ਹੁੰਦੇ ਹਨ। ਜਿਹੜੇ ਐਸੇ ਹੁੰਦੇ ਨਾ ਪੁਰਸ਼, ਉਹ ਸੰਸਾਰ ਦੇ ਵਿੱਚ ਉਹਨਾਂ ਦੀ ਬਹੁਤ ਕੀਰਤੀ ਹੁੰਦੀ। ਭਾਈ ਵੇਖੋ ਕਿੰਨਾ ਪੜ੍ਹਿਆ, ਫਿਰ ਵੀ ਉਹ ਕਿੰਨਾ ਉਹਦਾ ਸੁਭਾਅ ਚੰਗਾ, ਹੰਕਾਰ ਨਹੀਂ ਹੈ। ਕਿੰਨੇ ਪੈਸੇ ਵਾਲਾ, ਫਿਰ ਵੀ ਨਿਮਰਤਾ ਵਾਲਾ। ਅਤੇ ਲੋਕ ਉਹਨਾਂ ਦੀ ਕੀਰਤੀ ਸਤੁੱਤ ਵਡਿਆਈ ਕਰਦੇ ਵੀ ਬੜਾ ਸਮਝਦਾਰ ਹੈ, ਹੰਕਾਰ ਨਹੀਂ ਕਰਦਾ, ਪਿਆਰ ਨਾਲ ਬੋਲਦਾ। ਨਹੀਂ ਤਾਂ ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਮਹਾਰਾਜ ਤਾਂ ਕਹਿੰਦੇ ਵੀ ਪੜ੍ਹਿਆ ਮੂਰਖ ਹੀ ਆਖੀਦਾ, ਜਿਹਦੇ ਅੰਦਰ ਲੱਭ ਕੁੱਤਾ ਚੰਬੜਿਆ ਹੈ, ਲੋਭ ਹੈ ਮਾਇਆ ਦਾ ਜੋੜਨ ਦਾ, ਹੰਕਾਰ ਹੈ ਵੀ ਮੇਰੇ ਵਰਗਾ ਕਿਹੜਾ ਪੜ੍ਹਿਆ ਲਿਖਿਆ, ਮੈਂ ਨਹੀਂ ਇੱਥੇ ਬਹਿਣਾ, ਇੱਥੇ ਮੂਰਖ ਇਕੱਠੇ ਹੋਏ ਅਨਪੜ੍ਹ, ਅਤੇ ਉਹ ਇਹੋ ਜਿਹਾ ਹੰਕਾਰ ਕਰਨ ਲੱਗ ਪੈਂਦੇ। ਪਰ ਜਿਹੜੇ ਸ੍ਰੇਸ਼ਟ ਪੁਰਖ ਇਹ ਚੀਜ਼ਾਂ ਪਾ ਕੇ ਨਿਮਰਤਾ ਰੱਖਦੇ ਅਤੇ ਨਿਵੈ ਸੋ ਗੌਰਾ ਹੋਏ, ਉਹਨਾਂ ਦੀ ਸੰਸਾਰ ਵਿੱਚ ਬੜੀ ਕੀਰਤੀ ਹੁੰਦੀ ਹੈ। ਮੁੜ ਉਹਨਾਂ ਨੂੰ ਸੁੱਖ ਹੀ ਬੇਅੰਤ ਪ੍ਰਾਪਤ ਹੁੰਦਾ। ਮਹਾਰਾਜ ਉਹਨਾਂ ਦੇ ਤਰੁੱਠਦੇ ਹੈ ਵੀ ਪੈਸੇ ਨੂੰ ਪਾ ਕੇ ਹੰਕਾਰ ਨਹੀਂ ਕੀਤਾ। ਨਹੀਂ ਤਾਂ ਬੰਦਾ ਜਬ ਕੁਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਪੈਸਾ ਪਾ ਲੈਂਦਾ ਤਾਂ ਹੰਕਾਰ ਹੀ ਕਰੀ ਜਾਂਦਾ। ਇਸ ਕਰਕੇ ਕਵੀ ਜੀ ਦੇ ਕਹਿਣ ਦਾ ਪ੍ਰਯੋਜਨ ਇਹ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਗੁਣ ਦੇ ਦੇਣਾ ਪਰਮੇਸ਼ਰ ਦੇ ਹੱਥ ਹੈ। ਜੇ ਉਸਨੇ ਗੁਣ ਵਾਲੇ ਕਰ ਦਿੱਤਾ, ਉਹ ਗੁਣ ਨੂੰ ਸੰਭਾਲਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ।
ਸੋ ਇੱਥੇ ਆਪਾਂ ਅੱਜ ਸਮਾਂ ਇੰਨਾ ਕੀ ਹੈ, ਜਿਸ ਕਰਕੇ 110 ਜਿਹੜੇ ਸਵਈਏ ਛੰਦ ਪਾਵਰ ਸਾਮਰਥ ਦੇ ਹੋ ਚੁੱਕੇ। ਅਤੇ ਬਾਕੀ ਜਿਵੇਂ ਕੱਲ੍ਹ ਵਿਚਾਰ ਆਏਗੀ ਆਪਾਂ ਸਰਵਣ ਕਰਾਂਗੇ। ਹੁਣ ਅੱਜ ਇੱਥੇ ਸਮਾਪਤੀ ਕਰੀਏ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਜੀ। ਵਿਦਿਆ ਧਨ ਕੋ ਪਾਏ ਕਰ, ਨਿਮਰਤ ਪੁਰਖ ਉਦਾਰ, ਕੀਰਤ ਜਗ ਮੈਂ ਕਹਿਨੀ, ਬਾਹਰੋ ਸੂਖ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।